ਸਤਿ ਸ਼੍ਰੀ ਅਕਾਲ। ਲੋਕਰਾਣ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਆਰਥਿਕ ਮਾਹਿਰ ਡਾਕਟਰ ਬਲਵਿੰਦਰ ਸਿੰਘ ਟਵਾਣਾ ਸਾਹਿਬ, ਵੈਲਕਮ। ਧੰਨਵਾਦ ਜੀ, ਸ਼ੁਕਰੀਆ ਦੋਸਤੋ, ਟਵਾਣਾ ਸਾਹਿਬ ਨਾਲ ਅੱਜ ਅਸੀਂ ਗੰਭੀਰ ਮੁੱਦੇ ਤੇ ਡਿਸਕਸ ਕਰਾਂਗੇ। ਵੈਸੇ ਤਾਂ ਅਸੀਂ ਆਪਣੇ ਪਲੇਟਫਾਰਮ ਤੋਂ ਲਗਾਤਾਰ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਮੁੱਦੇ ਨੇ, ਗੰਭੀਰ ਮੁੱਦੇ ਨੇ ਜੋ ਸਾਡਾ ਭਵਿੱਖ ਤੈਅ ਕਰਦੇ ਨੇ, ਜਿਹੜੀਆਂ ਗੱਲਾਂ ਉਹਨਾਂ 'ਤੇ ਅਸੀਂ ਲਗਾਤਾਰ ਟਵਾਣਾ ਸਾਹਿਬ ਨਾਲ ਡਿਸਕਸ ਕਰਦੇ ਰਹਿੰਦੇ ਹਾਂ। ਸੋ ਅੱਜ ਵੀ ਟਵਾਣਾ ਸਾਹਿਬ ਨਾਲ ਅਸੀਂ ਡਿਸਕਸ ਕਰਾਂਗੇ ਕਿ ਬੜਾ ਸਾਡਾ ਇੱਕ ਉਹ ਬਣ ਗਿਆ, ਜਦੋਂ ਚੋਣਾਂ ਹੁੰਦੀਆਂ ਨੇ, ਚੋਣਾਂ ਦੇ ਵਿੱਚ ਸਾਨੂੰ ਮੁਫਤ ਦਾਰੂ ਵੀ ਦਿੱਤੀ ਜਾਂਦੀ ਹੈ। ਸਾਨੂੰ ਹੁਣ ਤਾਂ ਕੋਈ ਇਹਦੇ 'ਚ ਕਹਿਣ 'ਚ ਦੋ ਰਾਵਾਂ ਨਹੀਂ, ਭੁੱਕੀ ਫੀਮ ਤੱਕ ਮੁਫਤ ਦਿੱਤੀ ਜਾਂਦੀ ਹੈ। ਅਤੇ ਇਹਦੇ ਨਾਲ ਆਪਾਂ ਦੇਖਦੇ ਹਾਂ ਕਿ ਚੀਨੀ, ਚਾਹ ਪੱਤੀ, ਚੌਲ, ਇਹ ਤਾਂ ਕਹਿੰਦੇ ਸਾਨੂੰ ਅਸੀਂ ਸਾਡੇ ਮੈਨੀਫੈਸਟੋ ਦਾ ਹਿੱਸਾ ਨੇ, ਆਹ ਤੁਹਾਨੂੰ ਦੇਵਾਂਗੇ, ਕੈਸ਼ ਵੀ ਤੁਹਾਨੂੰ ਦੇਵਾਂਗੇ, ਪਰ ਕਿਸੇ ਤਰੀਕੇ ਦੇ ਨਾਲ ਤੁਸੀਂ ਸਾਨੂੰ ਵੋਟ ਦੇ ਦਿਓ। ਵੋਟ ਦੇ ਰੂਪ ਦੇ ਵਿੱਚ ਤੁਸੀਂ ਸਾਨੂੰ ਕੁਰਸੀ ਦੇ ਦਿਓ, ਸੱਤਾ ਦੇ ਦਿਓ, ਅਸੀਂ ਫਿਰ ਤੁਹਾਡੇ ਨਾਲ ਖੜਾਂਗੇ। ਸੋ ਇਹਦੇ 'ਤੇ ਸੁਪਰੀਮ ਕੋਰਟ ਸਖਤ ਹੋਈ ਹੈ। ਸੁਪਰੀਮ ਕੋਰਟ ਕਹਿੰਦੀ ਕਿ ਇਹ ਤਾਂ ਗੰਭੀਰ ਇੱਕ ਚਿੰਤਾ ਦਾ ਵਿਸ਼ਾ, ਅਲੱਗ-ਅਲੱਗ ਅਥਾਰਟੀ ਨੂੰ ਉਹਨਾਂ ਨੇ ਕਿਹਾ ਕਿ ਇਹਦੇ 'ਤੇ ਸੋਚਣ ਦੀ ਲੋੜ ਹੈ ਅਤੇ ਵਿਚਾਰਨ ਦੀ ਲੋੜ ਹੈ। ਇਸੇ ਮਾਮਲੇ 'ਤੇ ਅਸੀਂ ਟਵਾਣਾ ਸਾਹਿਬ ਨਾਲ ਜ਼ਿਕਰ ਕਰਾਂਗੇ ਕਿ ਆਖਰ ਕਦੋਂ ਤੱਕ ਭੁੱਕੀ ਫੀਮ, ਦਾਰੂ, ਚੀਨੀ, ਚੌਲ, ਚਾਹ ਪੱਤੀ ਇੱਦਾਂ ਹੀ ਮੁਫਤ ਕੈਸ਼ ਉਹ ਦਿੰਦੇ ਰਹਿਣਗੇ। ਟਵਾਣਾ ਸਾਹਿਬ, ਕਿਵੇਂ ਤੁਸੀਂ ਕਿਵੇਂ ਸਮਝਦੇ ਹੋ ਇਸ ਪੂਰੇ ਮਸਲੇ ਨੂੰ? ਸੁਪਰੀਮ ਕੋਰਟ ਨੇ ਵੀ ਕਿਹਾ ਕਿ ਚਿੰਤਾ ਦਾ ਵਿਸ਼ਾ, ਗੰਭੀਰ ਇੱਕ ਆਹ ਮੁੱਦਾ ਜੋ ਮੁਫਤ ਦੀ ਇਹ ਸਿਆਸਤ ਹੈ। ਦੇਖੋ, ਆਪਣਾ ਇਸ ਦੇ ਵਿੱਚ ਇਹ ਹੈ, ਕੁਝ ਚੀਜ਼ਾਂ ਤਾਂ ਬਿਨਾਂ ਚੋਣ ਮੈਨੀਫੈਸਟੋ ਦੇ ਹੀ ਚੱਲ ਰਹੀਆਂ। ਜਿਹੜੀ ਗੱਲ ਤੁਸੀਂ ਜ਼ਿਕਰ ਕਰਦੇ ਹੋ ਵੀ ਦਾਰੂ ਪਿਲਾਈ ਜਾਂਦੀ ਹੈ, ਭੁੱਕੀ, ਉਹਦਾ ਤਾਂ ਕਿਤੇ ਜ਼ਿਕਰ ਨਹੀਂ ਹੁੰਦਾ ਨਾ ਉਹ ਪਾਰਟੀ ਕੋਈ ਓਪਨਲੀ ਕਹਿੰਦੀ ਹੈ ਵੀ ਅਸੀਂ ਫ੍ਰੀ ਦੀ ਦਾਰੂ ਵੰਡ ਰਹੇ ਹਾਂ, ਹੈ ਨਾ। ਉਹ ਤਾਂ ਪੰਚਾਇਤ ਚੋਣਾਂ 'ਚ ਸਰਪੰਚਾਂ ਵੱਲੋਂ ਵੀ ਚੱਲਦੀ ਹੈ ਅਤੇ ਹੈ ਨਾ, ਭੁੱਕੀ ਫੀਮ ਖਿਲਾਈ ਜਾਂਦੀ ਹੈ। ਇਹ ਤਾਂ ਆਫ ਦੀ ਰਿਕਾਰਡ ਹੈ ਨਾ, ਇਹ ਤਾਂ ਆਉਂਦਾ ਹੀ ਨਹੀਂ। ਇਹ ਤਾਂ ਬਲੈਕ ਇਕੋਨਮੀ ਹੈ, ਬਲੈਕ ਇਕੋਨਮੀ ਦੇ ਰੂਪ 'ਚ ਚੱਲਦਾ। ਜਿਹੜੀ ਗੱਲ ਓਪਨਲੀ ਪਾਰਟੀ ਕਹਿੰਦੀ ਹੈ ਕਿ ਅਸੀਂ ਬਿਜਲੀ ਹੈ ਨਾ ਫ੍ਰੀ ਦੇ ਦਾਂਗੇ, ਅਸੀਂ 1000 ਰੁਪਈਆ ਜਿਹੜਾ ਔਰਤਾਂ ਨੂੰ ਦੇ ਦਾਂਗੇ, ਅਸੀਂ ਫ੍ਰੀ 'ਚ ਤੁਹਾਨੂੰ ਇਹ ਕਰ ਦਾਂਗੇ, ਉਹ ਕਰ ਦਾਂਗੇ, ਹੈ ਨਾ, ਬੱਸ ਸੇਵਾ ਦੇ ਦਾਂਗੇ, ਇਸ ਤਰ੍ਹਾਂ ਦੀ ਜਿਹੜੀ ਗੱਲ ਹੈ, ਇਹ ਜਿਹੜਾ ਡੈਮੋਕ੍ਰੇਸੀ ਹੈ, ਜਿਹੜੀ ਲੋਕਤੰਤਰ ਹੈ, ਉਹਦੇ ਖਿਲਾਫ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਜੇ ਕਿਸੇ ਨੇ ਫ੍ਰੀ ਦੇਣਾ, ਕਿਸੇ ਪਾਰਟੀ ਨੇ, ਉਹਨੇ ਆਪਣੇ ਫੰਡ 'ਚੋਂ ਨਹੀਂ ਦੇਣਾ। ਕੋਈ ਪੋਲੀਟੀਕਲ ਪਾਰਟੀ ਆਪਣੇ ਪੈਸਿਆਂ 'ਚੋਂ ਕਿਸੇ ਨੂੰ ਕੋਈ ਫ੍ਰੀ ਨਹੀਂ ਦਿੰਦੀ। ਉਹ ਸਿਰਫ ਫ੍ਰੀ ਦਿੰਦੀ ਹੈ ਜਿਹੜਾ ਤੁਸੀਂ ਗੱਲ ਕਹਿੰਦੇ ਹੋ, ਦਾਰੂ ਪਿਲਾਉਂਦੀ ਹੈ, ਫੀਮ ਭੁੱਕੀ ਖਿਲਾਉਂਦੀ ਹੈ, ਜਦੋਂ ਇਲੈਕਸ਼ਨਾਂ ਹੋਣੀਆਂ ਹੁੰਦੀਆਂ ਉਹਦਾ ਫੰਡ ਹੁੰਦਾ। ਇਹ ਹੈਗਾ ਪੋਲੀਟੀਕਲ ਪਾਰਟੀਆਂ ਦੇ ਆਪਣੇ ਪੈਸੇ ਨਾ, ਉਹ ਕਰਪਸ਼ਨ ਦੇ ਪੈਸੇ, ਹੈ ਨਾ, ਨਸ਼ੇ ਤਸਕਰੀ ਆਪ ਕਰਾ ਕੇ ਉਹਦੇ 'ਚੋਂ ਹੋਰ ਪੈਸੇ, ਧਨ ਇਕੱਠਾ ਕਰਕੇ, ਜਿਹੜੀ ਜੇ ਤੁਹਾਡੀ 40 ਲੱਖ ਦੀ ਲਿਮਟ ਹੈ ਤਾਂ 3-4 ਕਰੋੜ ਰੁਪਈਆ ਖਰਚ ਦੇਣਾ, ਹੈ ਨਾ, ਹੋਰ ਹੋ ਜਾਣਾ। ਇਹ ਕੰਮ ਹੈਗਾ ਉਹ ਪਾਰਟੀਆਂ ਦਾ, ਚੋਣਾਂ ਜਿੱਤਣ ਲਈ ਆਪਣੇ ਪੈਸੇ। ਜਿਹੜੇ ਇਹ ਐਲਾਨ ਹੈ ਕਿ ਅਸੀਂ 300 ਯੂਨਿਟ ਫ੍ਰੀ ਦੇਣੇ ਹੈ, ਅਸੀਂ ਜਿਹੜਾ 1000 ਦੇਣਾ, ਆਟਾ, ਹੈ ਨਾ, ਚੌਲ ਅਤੇ ਦਾਲਾਂ ਦੇਣੀਆਂ ਫ੍ਰੀ, ਚਾਹ ਪੱਤੀ ਦੇਣੀ, ਹੈ ਨਾ, ਜਾਂ ਕੁਛ ਹੋਰ ਦੇ ਦੇਣਾ, ਜਿਹੜਾ ਇਹ ਕੰਮ ਹੈ, ਇਹ ਕੰਮ ਜਿਹੜਾ ਉਹ ਹੈਗਾ ਕਿ ਤੁਸੀਂ ਸਰਕਾਰ ਜਦੋਂ ਬਣ ਗਈ ਫਿਰ ਇਹ ਲੋਕਾਂ ਦੇ ਪੈਸੇ ਹੈ, ਫਿਰ ਉਹ ਪਾਰਟੀ ਦੇ ਨਹੀਂ ਹੈ। ਫਿਰ ਉਹ ਨਾ ਆਮ ਆਦਮੀ ਪਾਰਟੀ ਦੇ, ਨਾ ਉਹ ਕਾਂਗਰਸ ਵਾਲਿਆਂ ਦੇ ਹੈ, ਨਾ ਉਹ ਅਕਾਲੀਆਂ ਦੇ ਹੈ, ਨਾ ਉਹ BJP ਦੇ ਹੈ, ਨਾ ਹੋਰ ਦੇ ਹੈ, ਹੈ ਨਾ। ਇਹ ਉਹਨਾਂ ਦੇ ਪੈਸੇ ਨਹੀਂ, ਇਹ ਲੋਕਾਂ ਦੇ ਪੈਸੇ ਹੈ। ਫਿਰ ਲੋਕਾਂ ਦੇ ਪੈਸੇ ਲੋਕਤੰਤਰ ਨੂੰ ਹਾਈਜੈਕ ਕਰਨ ਲਈ ਨਾ, ਉਹਨੂੰ ਮਤਲਬ ਨੱਲੀਫਾਈ ਕਰਨ ਲਈ, ਉਹਦਾ ਮਲੀਆ ਮੇਟ ਕਰਨ ਲਈ ਲੋਕਤੰਤਰ ਦਾ ਨਾ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਚਾਹੀਦਾ ਤਾਂ ਇਹ ਹੈ ਕਿ ਤੁਸੀਂ ਨੀਤੀਆਂ ਦੀ ਗੱਲ ਕਰੋ ਕਿ 1000 ਰੁਪਈਆ ਕਿਹਨਾਂ ਨੂੰ ਚਾਹੀਦਾ। ਗਰੀਬ ਲੋਕ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਸਹੂਲਤਾਂ ਨਹੀਂ ਦੇ ਸਕੇ, ਜਿਨ੍ਹਾਂ ਨੂੰ ਤੁਸੀਂ ਸਿੱਖਿਆ ਦੀਆਂ ਸਹੂਲਤਾਂ ਨਹੀਂ ਦੇ ਸਕੇ, ਸਿਹਤ ਸੇਵਾਵਾਂ ਦੀਆਂ ਨਹੀਂ ਦੇ ਸਕੇ, ਜਿਨ੍ਹਾਂ ਨੂੰ ਤੁਸੀਂ ਰੁਜ਼ਗਾਰ ਨਹੀਂ ਦੇ ਸਕੇ, ਜਿਨ੍ਹਾਂ ਨੂੰ ਤੁਸੀਂ ਕੁਛ ਨਹੀਂ ਦੇ ਸਕੇ, ਉਹਨਾਂ ਦੀ ਹੈ। ਅਤੇ ਜਦੋਂ ਤਾਂ ਉਹ ਆਉਂਦੀ ਹੈ ਰਾਈਟ ਦੀ ਗੱਲ, ਜੇ ਤਾਂ ਤੁਸੀਂ ਪਾਲਿਸੀ ਬਣਾ ਲਓ ਵੀ ਭਾਈ ਆਹ ਅਸੀਂ ਕਰਾਂਗੇ, ਜੇ ਤੁਸੀਂ ਆਹ ਨਾ ਕਰ ਸਕੇ ਫਿਰ ਅਸੀਂ ਇਹ ਦੇਵਾਂਗੇ। ਜਿਵੇਂ ਮੈਂ ਉਦਾਹਰਨ ਦੇ ਤੌਰ 'ਤੇ ਕਹਿੰਦਾ ਕਿ ਮਨਰੇਗਾ ਦੇ ਵਿੱਚ ਤੁਹਾਨੂੰ 100 ਦਿਨਾਂ ਦੀ ਕੰਮ ਦੀ ਗਰੰਟੀ ਦਾ ਕਾਨੂੰਨ ਹੈ। ਉਹਦੇ 'ਚ ਇਹ ਪ੍ਰੋਵੀਜ਼ਨ ਹੈ ਕਿ ਵੀ ਤੁਸੀਂ ਕੰਮ ਦੇਣਾ ਉਹਨਾਂ ਨੂੰ 100 ਦਿਨਾਂ ਦਾ, ਜੇ ਕੰਮ ਨਹੀਂ ਦੇ ਸਕਦੇ ਫਿਰ ਬੇਰੁਜ਼ਗਾਰੀ ਭੱਤਾ ਦੇਣਾ, ਇਹ ਕਾਨੂੰਨ ਹੈ। ਇਸ ਲਈ ਜੇ ਤੁਸੀਂ ਉਹਨੂੰ ਕੰਮ ਨਹੀਂ ਦੇ ਸਕਦੇ, ਬੰਦਾ ਵਿਹਲਾ ਬੈਠਾ, ਫਿਰ ਵੀ ਤੁਸੀਂ ਉਹਨੂੰ ਬੇਰੁਜ਼ਗਾਰੀ ਭੱਤਾ ਦੇ ਸਕਦੇ ਹੋ। ਬੇਰੁਜ਼ਗਾਰੀ ਭੱਤੇ ਦੀ ਪ੍ਰਾਵਧਾਨ ਪਹਿਲਾਂ ਵੀ ਸੀਗੀ ਕਈ ਸੂਬਿਆਂ 'ਚ, ਉਹ ਦਿੱਤਾ ਜਾ ਸਕਦਾ ਕਿਉਂਕਿ ਤੁਸੀਂ ਇੱਕ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਪੂਰਾ ਨਹੀਂ ਕਰ ਰਹੇ।
ਕਿਸੇ ਨੂੰ ਪੰਜਾਬ ਦੇ ਵਿੱਚ ਕੀ ਸਾਰੇ ਹਿੰਦੁਸਤਾਨ 'ਚ ਇੱਕ ਪੈਸਾ ਬੇਰੁਜ਼ਗਾਰੀ ਭੱਤੇ ਦਾ ਅੱਜ ਤੱਕ ਨਹੀਂ ਮਿਲਿਆ। 2006 ਦਾ ਕਾਨੂੰਨ ਹੈ, ਪੰਜਾਬ 'ਚ ਵੀ ਨਹੀਂ ਮਿਲਿਆ। ਉਹ ਫ੍ਰੀ ਵੀ ਨਹੀਂ ਹੈ, ਉਹ ਤਾਂ ਕਹਿੰਦਾ ਮੈਂ ਕੰਮ ਕਰਨ ਲਈ ਤਿਆਰ ਹਾਂ, ਤੁਸੀਂ ਮੈਨੂੰ ਕੰਮ ਦਿਓ। ਤੁਸੀਂ ਉਹਨੂੰ ਕੰਮ ਨਹੀਂ ਦੇ ਰਹੇ ਤੇ ਉਹਨੂੰ ਫਿਰ ਬੇਰੁਜ਼ਗਾਰੀ ਭੱਤਾ ਦਿਓ ਵੀ। ਉਹਨੂੰ ਕਿਉਂ ਨਹੀਂ ਦਿੰਦੇ? 1000 ਰੁਪਈਆ ਕਿਉਂ ਕਹਿੰਦੇ ਔਰਤਾਂ ਨੂੰ ਦੇਣਾ? ਕਿਉਂ ਕਹਿੰਦੇ ਅਸੀਂ ਫ੍ਰੀ ਬਿਜਲੀ ਦੇਣੀ ਆ? ਉਹਨਾਂ ਨੂੰ ਦਿਓ ਨਾ ਪੈਸੇ। ਉਹ ਤਾਂ ਹੋ ਰਿਹਾ ਕਿ ਫ੍ਰੀ ਦਾ ਜਿਹੜਾ ਲਾਰਾ ਨਾ ਉਹ ਲੋਕਾਂ ਨੂੰ ਬੜੀ ਜਲਦੀ ਸਮਝ ਆਉਂਦਾ ਹੈ ਨਾ। ਇਹ ਜਿਹੜਾ ਕਹਿੰਦੇ ਆ ਕਿ ਸੰਸਾਰ ਦੇ ਵਿੱਚ ਮੁਫਤ ਫਰੀ ਤਾਂ ਕੁਝ ਵੀ ਨਹੀਂ ਹੁੰਦਾ। ਜਿਹੜਾ ਭਰਾ ਸਿਆਸੀ ਪਾਰਟੀਆਂ ਸਾਰਾ ਕੁਝ ਫਰੀ ਦਿੰਦੀਆਂ, ਇਹਦੇ ਲਈ ਪੇ ਤਾਂ ਕੋਈ ਕਰਦਾ ਹੋਊਗਾ। ਦੇਖੋ ਸਰਕਾਰ ਦੀ ਆਮਦਨੀ ਕਿੱਥੋਂ ਆਉਂਦੀ ਹੈ? ਗਰੀਬ ਤੋਂ ਗਰੀਬ ਬੰਦਾ ਵੀ ਦਿੰਦਾ। ਹੁਣ ਤਾਂ GST ਆਟੇ ਤੇ ਵੀ ਲੱਗ ਗਈ, ਪੈਨਸਲ ਤੇ ਵੀ ਲੱਗ ਗਈ, ਕਾਪੀ ਤੇ ਵੀ ਲੱਗ ਗਈ। ਉੱਥੇ ਹੀ ਜਾਣਾ ਨਾ। ਇਹ ਪੈਸੇ ਤਾਂ ਲੋਕਾਂ ਦੇ ਹੀ ਹੈ। ਜੇ ਉਹ ਪੈਸੇ ਘਟ ਜਾਂਦੇ ਹੈ ਫਿਰ ਉਹ ਕਰਜ਼ਾ ਲੈ ਲੈਂਦੀ ਹੈ ਸਰਕਾਰ, ਹੈ ਨਾ। ਹੁਣ 3 ਲੱਖ ਦੇ ਕਰੀਬ ਪੰਜਾਬ ਦੇ ਸਿਰ ਕਰਜ਼ਾ ਚੜ੍ਹ ਗਿਆ, ਇਸੇ ਚੱਕਰ 'ਚ ਹੀ ਚੜ੍ਹਿਆ ਨਾ। ਅਤੇ ਉਹ ਕਰਜ਼ਾ ਲੈ ਕੇ ਫਿਰ ਤੁਸੀਂ ਦੇ ਦਿਓ। ਰੌਲਾ ਹੈਗਾ ਕਿ ਤੁਸੀਂ ਵੋਟਾਂ ਲੈਣੀਆਂ ਕਿਸੇ ਤਰ੍ਹਾਂ, ਬਾਈ ਹੁੱਕ ਔਰ ਕਰੁੱਕ, ਹੈ ਨਾ। ਉਹਦੇ 'ਚ ਤੁਸੀਂ ਇਹ ਨਹੀਂ ਗਾ ਵੀ ਆਹ ਭਾਈ 1000 ਰੁਪਈਆ ਜੇ ਤੁਸੀਂ ਦੇਣਾ ਤਾਂ ਕਿਹਨਾਂ ਨੂੰ ਮਿਲਣਾ ਚਾਹੀਦਾ? 300 ਯੂਨਿਟ ਫ੍ਰੀ ਬਿਜਲੀ ਦੇ ਕਿਹਨੂੰ ਮਿਲਣੇ ਚਾਹੀਦੇ ਹੈ? ਉਹਦੇ 'ਤੇ ਕੋਈ ਡਿਬੇਟ ਨਹੀਂ ਗੀ। ਸੋ ਇਸ ਲਈ ਮਤਲਬ ਤੁਸੀਂ ਜਿਹੜੀ ਬਿਜਲੀ ਮੁਫਤ ਦੇ ਇਹਦੇ 'ਤੇ ਰੌਲਾ ਚੱਲ ਰਿਹਾ ਕਿ ਤੁਸੀਂ ਫ੍ਰੀ ਐਜੂਕੇਸ਼ਨ ਦਿਓ, ਕੌਣ ਰੋਕਦਾ? ਕੋਈ ਕੋਰਟ ਨਹੀਂ ਰੋਕਦੀ। ਫ੍ਰੀ ਹੈਲਥ ਸੇਵਾਵਾਂ ਦਿਓ, ਇਹਦੇ 'ਤੇ ਕੌਣ ਰੋਕਦਾ? ਪਰ ਉਹ ਕਿਉਂਕਿ ਸਾਰੇ ਲੋਕਾਂ ਲਈ ਹੋਊਗਾ, ਇੱਕ ਪਾਲਿਸੀ ਦੇ ਤਹਿਤ ਹੋਊਗਾ, ਉਹਦੇ ਅਧੀਨ ਆਉਣਾ ਚਾਹੀਦਾ, ਉਹਦੇ 'ਤੇ ਨਹੀਂ। ਰੌਲਾ ਹੈ ਕਿ ਤੁਸੀਂ ਵੋਟਾਂ ਦੀ ਪੋਲੀਟਿਕਸ ਜਦੋਂ ਕਰਨੀ ਹੈ ਨਾ, ਫਿਰ ਉਹਦੇ 'ਚ ਲੋਕਤੰਤਰ ਨਹੀਂ ਰਹਿੰਦਾ। ਲੋਕਤੰਤਰ ਦੇ ਵਿੱਚ ਤੁਸੀਂ ਮੁੱਦਿਆਂ ਦੀ ਗੱਲ ਕਰੋ, ਮੁੱਦਿਆਂ ਦੇ ਬੇਸ ਦੇ ਉੱਤੇ ਪਾਲਿਸੀ ਦੀ ਗੱਲ ਕਰੋ, ਫਿਰ ਪਾਲਿਸੀ ਇੰਪਲੀਟੇਸ਼ਨ ਦੀ ਗੱਲ ਕਰੋ, ਉਹ ਇੰਪਲੀਮੈਂਟ ਕਰੋ। ਸੋ ਜਿਹੜਾ ਸੁਪਰੀਮ ਕੋਰਟ ਕਹਿੰਦੀ ਹੈ ਉਹਦਾ ਇੱਕ ਪੱਖ ਹੈਗਾ ਕਿ ਆਹ ਜਿਹੜਾ ਫ੍ਰੀ ਦਾ ਕੰਮ ਤੁਸੀਂ ਚੱਲਿਆ ਵੀ ਇਹ ਨਹੀਂ ਹੋਣਾ ਚਾਹੀਦਾ, ਇਹ ਲੋਕਾਂ ਦਾ ਪੈਸਾ ਹੈ ਨਾ। ਜਿਹੜਾ ਇਲੈਕਸ਼ਨਾਂ 'ਚ ਵੀ ਭੁੱਕੀ ਦਿੱਤੀ ਜਾਂਦੀ ਹੈ, ਉਹ ਪਾਰਟੀਆਂ ਦਾ ਪੈਸਾ, ਉਹ ਵੀ ਬੰਦ ਹੋਣਾ ਚਾਹੀਦਾ। ਉਹ ਵੀ ਲੋਕਤੰਤਰ ਦੇ ਖਿਲਾਫ ਹੈ। ਲੇਕਿਨ ਇਹ ਹੁਣ ਜਿਹੜੇ ਲਾਰੇ ਹੈ, ਅਤੇ ਇਸੇ ਕਰਕੇ ਇੱਕ ਮੰਗ ਉੱਠੀ ਵੀ ਜਿਹੜਾ ਤੁਹਾਡਾ ਇਲੈਕਸ਼ਨ ਮੈਨੀਫੈਸਟੋ ਹੈ, ਚੋਣ ਮਨੋਰਥ ਪੱਤਰ ਹੈ, ਉਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਉਹ ਇਸੇ 'ਤੇ ਬਾਅਦ 'ਚ ਮੁੱਕਰ ਜੋ। ਪਰ ਇਹਦੇ ਤੋਂ ਅੱਗੇ ਚੱਲੀ ਜਾ ਰਿਹਾ ਕਿ ਐਡੇ ਲਾਰੇ ਲਾ ਦਿਓ, ਹੈ ਨਾ। ਜਿਵੇਂ ਕੈਪਟਨ ਦੇ ਵੇਲੇ ਆਇਆ ਵੀ ਆਹ ਹੋ ਜਾਏਗਾ, ਉਹ ਹੋ ਜਾਏਗਾ, ਅਸੀਂ ਸਾਰੇ ਕਰਜ਼ੇ ਮਾਫ ਕਰ ਦਿਆਂਗੇ, ਉਹ ਹੋਏ ਨਹੀਂ। ਇਹ ਜ਼ਰੂਰਤ ਹੈਗੀ ਲੋਕਾਂ ਦੀ। ਇਹਦੇ 'ਚ ਕਰਜ਼ਾ ਮਾਫੀ ਦੀ ਗੱਲ ਆਉਂਦੀ ਹੈ, ਤੁਸੀਂ ਕਿਸਾਨੀ ਦਾ ਕਰਜ਼ਾ ਮਾਫੀ ਨਹੀਂ। ਉਹ ਪਾਲਿਸੀ ਦੇ ਤੌਰ 'ਤੇ ਠੀਕ ਹੈ ਕਿ ਲੋਕ ਮਿਹਨਤ ਕੀਤੀ, ਉਹਨਾਂ ਨੂੰ ਘਾਟਾ ਪੈ ਗਿਆ, ਘਾਟੇ 'ਚੋਂ ਤੁਸੀਂ ਉਹਨੂੰ ਕੱਢਣਾ, ਉਹ ਇਸ ਲਈ ਕਰਜ਼ਾ ਮਾਫੀ ਕਰ ਦਿਓ। ਉਹ ਪਾਲਿਸੀ ਹੈ, ਉਹਦੇ ਤਹਿਤ ਹੈ। ਪਰ ਜੇ ਬੰਦੇ ਨੇ ਕੁਛ ਕੀਤਾ ਹੀ ਨਹੀਂ, ਹੈ ਨਾ, ਕੁਛ ਵੀ ਨਹੀਂ ਕਰਿਆ, ਫਿਰ ਤੁਸੀਂ ਉਹਨੂੰ 1000 ਰੁਪਈਆ ਦੇ ਦਿਓ। ਉਹਨੇ ਕੁਛ ਵੀ ਨਹੀਂ ਕਰਿਆ, ਤੁਸੀਂ ਉਹਨੂੰ ਮੁਫਤ 'ਚ ਬਿਜਲੀ ਦੇ ਦਿਓ, ਫਿਰ ਤੁਸੀਂ ਕਿੱਧਰ ਜਾਓਗੇ? ਇਸੇ ਚੱਕਰ 'ਚ ਮੈਂ ਇਹ ਵੀ ਕਹਿਣਾ ਕਿ ਜਿਹੜੀ ਨੀਤੀ ਹੈ ਇਹ ਤਾਂ ਲੋਕਾਂ ਵਾਲੀ ਗੱਲ ਡਿਸਕਸ ਹੋ ਰਹੀ ਕੋਰਟ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਇਹ ਵੀ ਹੋਣਾ ਚਾਹੀਦਾ ਕਿ ਜਿਹੜੇ ਪੂੰਜੀਪਤੀਆਂ ਦਾ 10 ਲੱਖ ਕਰੋੜ ਦਾ ਪਿਛਲੇ ਸਾਲਾਂ 'ਚ, ਹੁਣ ਦੀ ਪਾਰਲੀਮੈਂਟ 'ਚ ਇਹ ਜਵਾਬ ਦਿੱਤਾ ਗਿਆ, ਕਰਜ਼ਾ ਮਾਫ ਕੀਤਾ ਗਿਆ। 10 ਲੱਖ ਕਰੋੜ ਦਾ, ਹਾਂ 10 ਲੱਖ ਕਰੋੜ ਦਾ ਪਿਛਲੇ 2-3 ਸਾਲਾਂ ਦੇ ਵਿੱਚ ਕਰਜ਼ਾ ਮਾਫ ਕੀਤਾ ਗਿਆ, ਹੈ ਨਾ। ਇੰਨਾ ਕਰਜ਼ਾ ਸਰਕਾਰ ਵੱਲੋਂ ਮਾਫ ਕਰਨਾ, ਉਹ ਵੀ ਲੋਕਾਂ ਦਾ ਪੈਸਾ। ਉਹ ਜਿਹੜਾ ਮਾਫ ਕੀਤਾ ਗਿਆ, ਜਿਹੜਾ ਬੈਂਕਾਂ ਦੇ ਵਿੱਚ ਪੈਸਾ, ਉਹ ਤਾਂ ਲੋਕਾਂ ਨੇ ਜਮ੍ਹਾਂ ਕਰਾਇਆ, ਹੈ ਨਾ ਜੀ। ਉਹ ਲੋਕਾਂ ਨੂੰ ਜਾਂ ਤਾਂ ਵਿਆਜ ਸਸਤੇ 'ਤੇ ਕਰਜ਼ਾ ਮਿਲ ਸਕਦਾ, ਲੋਕ ਆਪਣਾ ਕੰਮ ਕਰ ਲੈਣਗੇ, ਜਾਂ ਫਿਰ ਤੁਹਾਡੇ ਜਿਹੜੇ ਡਿਪੋਜ਼ਿਟ ਹੈ, ਜਮ੍ਹਾਂ ਰਾਸ਼ੀ ਹੈ, ਉਹਦੇ 'ਤੇ ਜ਼ਿਆਦਾ ਵਿਆਜ ਮਿਲ ਜੂਗਾ ਜੇ ਉਹ ਨਾ ਹੋਵੇ, ਹੈ ਨਾ। ਪਹਿਲਾਂ ਇੰਨੇ ਫਰਾਡ ਹੋਲੇ, ਉਹਦਾ ਘਾਟਾ ਪਿਆ ਬੈਂਕਾਂ ਨੂੰ, ਫਿਰ ਹੁਣ ਤੁਸੀਂ ਉਹਨਾਂ ਦਾ ਕਰਜ਼ਾ ਮਾਫ ਕਰੀ ਜਾ ਰਹੇ ਹੋ। ਅਤੇ ਉਹ ਕਿਸੇ ਹੋਰ ਕੰਪਨੀ 'ਚ, ਹੈ ਨਾ, ਕਰੋੜਾਂ ਕੀ ਲੱਖਾਂ ਕਰੋੜਾਂ ਦਾ ਜਾਇਦਾਦਾਂ ਨੇ, ਉੱਥੇ ਕਰੋੜਾਂ ਦੀ ਜਿਹੜੀ ਹਜ਼ਾਰਾਂ ਕਰੋੜਾਂ ਦਾ ਮੁਨਾਫਾ ਕਮਾ ਰਹੇ ਹੈ। ਦੂਜੇ ਪਾਸੇ ਘਾਟਾ ਦਿਖਾ ਕੇ ਤੇ ਤੁਸੀਂ ਉਹਨਾਂ ਦਾ ਕਰਜ਼ਾ ਮਾਫ ਕਰ ਦਿਓ, ਹੈ ਜੀ। NPA ਕਰੋ, ਉਹਨੂੰ ਕਰਜ਼ਾ ਮਾਫੀ ਕਰ ਦਿਓ। ਇਹ ਕਿਸਾਨੀ ਦਾ ਵੀ ਜਿਹੜਾ ਉਹ ਕੋਈ ਫ੍ਰੀ ਨਹੀਂ। ਜਿਹੜੀ ਕਿਸਾਨੀ ਮੰਗਦੀ ਹੈ ਕਿ ਵੀ ਕਰਜ਼ਾ ਮਾਫੀ ਕੀਤੀ ਜਾਵੇ, ਉਹਦਾ ਹੈਗਾ ਕਿ ਬੰਦਿਆਂ ਨੇ ਮਿਹਨਤ ਕੀਤੀ, ਉਹਨੂੰ ਘਾਟਾ ਪਿਆ, ਲਾਗਤ ਪੂਰੀ ਨਹੀਂ ਮਿਲੀ। ਤੁਸੀਂ ਪਾਲਿਸੀ ਜਿਹੜੀ ਕੀਮਤਾਂ ਨੇ ਤੁਸੀਂ ਨਿਰਧਾਰਿਤ ਕਰਦੇ ਹੋ। ਲੇਕਿਨ ਉਹ ਇਸ਼ੂ ਹੋਰ ਹੈ, ਉਹਦੇ 'ਤੇ ਹੋਣਾ ਚਾਹੀਦਾ। ਆਹ ਜਿਹੜਾ ਇਸ਼ੂ ਹੈ ਕਿ ਤੁਸੀਂ ਵੋਟ ਦੇ ਲਈ ਕੁਛ ਵੀ ਕਰੋ,
ਕੋਈ ਵੀ ਕੰਮ ਕਰ ਦਿਓ, ਸ਼ਾਮ ਦਾਮ ਦੰਡ ਵੇਦ ਸਭ ਲਾ ਦਿਓ, ਪਰ ਪੋਲੀਟਿਕਸ ਦੇ ਵਿੱਚ ਤੁਸੀਂ ਪਾਵਰ 'ਚ ਆਉਣਾ ਹੈ ਨਾ, ਕੁਰਸੀ ਤੇ ਬੈਠਣਾ। ਉਹਦੇ ਲਈ ਫਿਰ ਤੁਸੀਂ ਸਾਰਾ ਜਿਹੜਾ ਆਟਾ ਦਾਲ, ਫਿਰ ਹੈ ਨਾ ਚਾਹ ਪੱਤੀ, ਫਿਰ ਚੀਨੀ, ਫਿਰ ਮੁਫਤ 'ਚ। ਅਦਰਵਾਈਜ਼ ਪਹਿਲਾਂ PDS ਦੇ ਰਾਹੀਂ ਚੱਲ ਰਿਹਾ ਕਿ ਗਰੀਬ ਬੰਦਾ ਜਿਹੜਾ ਨਹੀਂ ਖਰੀਦ ਸਕਦਾ BPL ਦੇ ਅੰਡਰ, ਉਹਨੂੰ ਸਬਸਿਡੀ ਦੇ ਰੂਪ 'ਚ ਆਟਾ ਜਿਹੜਾ ਚੌਲ ਨੇ ਤੇ ਕਣਕ ਆ ਉਹ ਦਿੱਤੀ ਜਾਊਗੀ। ਕੋਵਿਡ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਇਹ 5 ਕਿਲੋ ਨਹੀਂ 10 ਕਿਲੋ ਕਰੋ, ਇਹਨਾਂ ਨੂੰ 7500 ਰੁਪਈਆ ਵੀ ਦਿਓ, ਤਾਂ ਕਿ ਲੋਕ ਜਿਹੜੇ ਆ ਉਹ ਨਾ ਹੁਣ ਬੇਰੁਜ਼ਗਾਰ ਹੋ ਗਏ ਆ, ਆਮਦਨੀ ਨਹੀਂ ਹੈ, ਉਹ ਆਪਣਾ ਗੁਜ਼ਾਰਾ ਚਲਾ ਸਕਣ। ਪਰ ਸਰਕਾਰ ਨੇ 5 ਕਿਲੋ ਤੋਂ ਵੱਧ ਨਹੀਂ ਦਿੱਤਾ ਕਿਸੇ ਨੂੰ। PDS ਦੇ ਵਿੱਚ ਮਿਲਦਾ ਸੀਗਾ ਰਾਸ਼ਨ, ਉਹ ਅਸੀਂ ਟਾਰਗੇਟਡ ਕਰਤਾ, ਮਤਲਬ ਉਹਨੂੰ ਘਟਾਇਆ। ਬਹੁਤ ਸਾਰੇ ਸੂਬਿਆਂ ਨੂੰ ਅਸੀਂ ਉਹਦੇ ਨਹੀਂ ਦਿੱਤਾ, ਕੇਰਲਾ ਵਰਗੇ ਸੂਬੇ ਨੂੰ ਨਹੀਂ ਮਿਲਿਆ। ਇਹ ਜਿਹੜੀ ਜਿੰਨੀ ਉਹਨਾਂ ਦੀ ਡਿਮਾਂਡ ਆ ਉਹਨਾਂ ਨਹੀਂ ਮਿਲ ਰਿਹਾ। ਉਹ ਇੱਕ ਹੋਰ ਹੈ ਕਿ ਵੀ ਤੁਸੀਂ ਲੋਕਾਂ ਦਾ ਹੀ ਪੈਸਾ ਸਬਸਿਡੀ ਦਿਓ, ਗਰੀਬ ਬੰਦੇ ਨੂੰ ਰਾਹਤ ਮਿਲੇ। ਲੇਕਿਨ ਤੁਸੀਂ ਸਾਰਿਆਂ ਨੂੰ ਕਹਿ ਦਿਓ ਵੀ 300 ਯੂਨਿਟ ਆਪਾਂ ਫ੍ਰੀ ਕਰ ਦਿਆਂਗੇ, ਫਿਰ ਆਪਾਂ 1000 ਰੁਪਈਆ ਦੇ ਦਾਂਗੇ, ਫਿਰ ਆਪਾਂ ਸਭ ਲੇਡੀਜ਼ ਨੂੰ ਫ੍ਰੀ ਬੱਸਾਂ ਦੀ ਸੇਵਾ ਵੀ ਦੇ ਦਾਂਗੇ, ਫਿਰ ਆਪਾਂ ਜਿਹੜਾ ਆਹ ਆਟਾ ਦਾਲ ਸਕੀਮ ਫ੍ਰੀ ਕਰ ਦਾਂਗੇ ਸਭ ਨੂੰ। ਇਹ ਜਿਹੜੀਆਂ ਗੱਲਾਂ ਥੋੜ੍ਹਾ ਜਿਹਾ ਅੱਗੇ ਵੱਧ ਗਈ ਸੀ, ਜਿਵੇਂ ਆਮ ਆਦਮੀ ਪਾਰਟੀ ਪੰਜਾਬ 'ਚ ਕਹਿੰਦੀ ਕਿ ਅਸੀਂ 1000 ਦੇਵਾਂਗੇ, BJP ਵਾਲੇ ਕਹਿੰਦੇ ਅਸੀਂ 15 ਲੱਖ ਦੇਵਾਂਗੇ। ਹਾਂ, ਉਹ ਤਾਂ ਇਹ ਤਾਂ ਉਹ ਕਹਿੰਦੇ ਸੀ ਨਾ ਵੀ 15 ਲੱਖ ਉੱਥੋਂ ਬਾਹਰੋਂ ਪੈਸਾ ਆਊਗਾ। ਮਤਲਬ ਇਹ ਝੂਠੇ ਲਾਰੇ ਲਾਉਣੇ, ਝੂਠੇ ਸਬਜ਼ ਬਾਗ ਦਿਖਾਉਣੇ, ਜਾਂ ਫਿਰ ਉਹਨੂੰ ਪੂਰਾ ਵੀ ਕਰ ਦਿਓ ਪਰ ਉਹ ਲੋਕਤੰਤਰ ਦੇ ਦਾਇਰੇ 'ਚ ਨਹੀਂ ਆਉਂਦਾ। ਲੋਕਤੰਤਰ ਦੇ ਦਾਇਰੇ 'ਚ ਆਉਂਦਾ, ਲੋਕ ਤੁਹਾਨੂੰ ਚੁਣਦੇ ਆ, ਉਹ ਇਸ ਕਰਕੇ ਚੁਣਦੇ ਆ ਕਿ ਉਹਨਾਂ ਨੂੰ ਜਿਹੜੀ ਹੈ ਚੰਗੀ ਸਿਹਤ ਮਿਲੇ, ਉਹਨਾਂ ਨੂੰ ਸਿੱਖਿਆ ਮਿਲੇ, ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਪੀਣ ਵਾਲਾ ਪਾਣੀ ਮਿਲੇ, ਉਹਨਾਂ ਨੂੰ ਚੰਗਾ ਜਿਹੜਾ ਡਿਗਨੀਫਾਈਡ ਲਾਈਫ ਮਿਲੇ, ਰੁਜ਼ਗਾਰ ਮਿਲੇ, ਤੇ ਉਹਨਾਂ ਨੂੰ ਜਿਹੜਾ ਸਾਫ਼ ਵਾਤਾਵਰਨ ਮਿਲੇ। ਇਹ ਸਾਰਾ ਕੁਝ ਜਿਹੜਾ ਇਹ ਮਿਲੇ, ਇਹਦੇ ਲਈ ਲੋਕਤੰਤਰ ਜੇ ਨਾ ਪੂਰਾ ਹੋਵੇ ਫਿਰ ਉਹ ਲੋਕਤੰਤਰ ਦੀ ਫੇਲਿਅਰ ਹੈ। ਲੋਕਤੰਤਰ ਦੀ ਫੇਲਿਅਰ। ਲੋਕ ਵੋਟਾਂ ਪਾਉਂਦੇ ਕਿਉਂ ਨੇ? ਇੱਕ ਵੱਡਾ ਸਵਾਲ ਹੈ ਕਿ ਲੋਕ ਕਿਉਂ ਵੋਟਾਂ ਪਾਉਂਦੇ? ਲੋਕ ਇਸ ਕਰਕੇ ਵੋਟਾਂ ਪਾਉਂਦੇ ਆ ਕਿ ਉਹ ਆਪਣਾ ਭਵਿੱਖ ਵਧੀਆ ਬਣਾਉਣਾ ਚਾਹੁੰਦੇ ਆ। ਉਹਦੀਆਂ ਇੱਛਾਵਾਂ ਨੇ, ਉਹਨਾਂ ਦੀਆਂ ਬਹੁਤ ਸਾਰੀਆਂ ਇੱਛਾ ਨੇ ਕਿ ਉਹਨਾਂ ਨੂੰ ਰੁਜ਼ਗਾਰ ਮਿਲੇ, ਉਹਨਾਂ ਨੂੰ ਸਿਹਤ ਸੇਵਾਵਾਂ ਫ੍ਰੀ 'ਚ ਮਿਲਣ, ਹੈ ਨਾ ਜੀ, ਉਹਨਾਂ ਨੂੰ ਚੰਗੀਆਂ ਮਿਲਣ, ਉਹਨਾਂ ਦੇ ਬੱਚਿਆਂ ਨੂੰ ਸਿਹਤ ਜਿਹੜੀ ਸਿੱਖਿਆ ਉਹ ਚੰਗੀ ਮਿਲੇ, ਵਾਤਾਵਰਨ ਠੀਕ ਹੋਵੇ, ਪੀਣ ਵਾਲਾ ਪਾਣੀ ਮਿਲੇ, ਤੇ ਜਿਹੜੀ ਕਾਨੂੰਨ ਵਿਵਸਥਾ ਉਹ ਠੀਕ ਹੋਵੇ, ਬੰਦੇ ਦੀ ਗੱਲ ਸੁਣੀ ਜਾਵੇ, ਹੈ ਨਾ। ਬਿਊਰੋਕਰੇਸੀ ਜਿਹੜੀ ਆ ਉਹ ਲੋਕਾਂ ਦਾ ਹਾਲ ਬੁਰਾ ਨਾ ਕਰੇ, ਉਹਨਾਂ ਦੀ ਗੱਲ ਪਹੁੰਚੇ, ਕਰਪਸ਼ਨ ਨਾ ਹੋਵੇ, ਇਹਦੇ ਲਈ ਪਾਉਂਦੇ ਆ। ਜੇ ਇਹ ਸਾਰੀਆਂ ਗੱਲਾਂ ਨਹੀਂ ਪੂਰੀਆਂ ਹੁੰਦੀਆਂ ਫਿਰ ਇਹ ਲੋਕਤੰਤਰ ਦਾ ਫੇਲੀਅਰ ਹੋ ਜਾਂਦਾ। ਜਦੋਂ ਇਹ ਫੇਲੀਅਰ ਹੁੰਦਾ ਫਿਰ ਇਹ ਫ੍ਰੀ ਵੀਜ਼ ਆ ਜਾਂਦੀਆਂ ਕਿ ਵੀ ਵੋਟਾਂ ਹੁਣ ਲੋਕ ਇਸ ਕਰਕੇ ਤਾਂ ਪਾਉਂਦੇ ਨਹੀਂ। ਫਿਰ ਤੁਸੀਂ ਨਾ ਕੈਪਟਨ ਵਾਂਗੂ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਕਹਿ ਦਿਓ ਵੀ ਆਪਾਂ ਇਹ ਕਹਿੰਦੇ ਆ। ਲੋਕਾਂ ਨੂੰ ਸਭ ਤੋਂ ਵੱਡੀ ਉਹ ਚੀਜ਼ ਹੈ ਭਰੋਸਾ ਹੋਵੇ। ਹਾਂ, ਭਰੋਸਾ ਹੋਵੇ। ਫਿਰ ਤੁਸੀਂ ਉਹਨਾਂ ਨੂੰ ਫ੍ਰੀ ਦੇ ਕੇ ਕੋਸ਼ਿਸ਼ ਕਰਦੇ ਹੋ ਕਿ ਉਹ ਤੁਹਾਨੂੰ ਵੋਟ ਪਾ ਜਾਣ, ਜਿਹੜਾ ਕਿ ਲੋਕਤੰਤਰ ਦੇ ਖਿਲਾਫ ਹੈ, ਲੋਕਤੰਤਰ ਦੇ ਹੱਕ 'ਚ ਨਹੀਂ ਹੈ। ਟਵਾਣਾ ਸਾਹਿਬ ਕਹਿੰਦੇ ਕਿ ਵੀ ਯੂਰਪ ਦੇ ਵਿੱਚ ਛੋਟੇ ਛੋਟੇ ਦੇਸ਼ ਸੀ ਤੇ ਲੋਕ ਸੀ ਟਾਪੂਆਂ 'ਤੇ ਰਹਿੰਦੇ ਸੀ। ਜਦੋਂ ਉੱਥੇ ਬਾਹਰੀ ਹਕੂਮਤਾਂ ਦਾ ਕਬਜ਼ਾ ਹੋ ਗਿਆ, ਉਹਨਾਂ ਨੇ ਸੋਚਿਆ ਕਿ ਆਪਾਂ ਇਹਨਾਂ ਨੂੰ ਨਿਕੰਮੇ ਕਿਵੇਂ ਕਰ ਸਕਦੇ ਹਾਂ। ਕਹਿੰਦੇ ਫਿਰ ਉੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ ਵੀ ਇਹਨਾਂ ਨੂੰ ਸਭ ਫ੍ਰੀ ਦੇ ਦਿਓ, ਸ਼ਰਾਬ ਫ੍ਰੀ ਦੇ ਦਿਓ, ਆਟਾ ਜੋ ਮਤਲਬ ਖਾਣਾ ਦਾਣਾ ਉਸ ਟਾਪੂਆਂ ਦਾ ਉੱਥੇ ਦੇ ਦਿਓ। ਉਹ ਫਿਰ ਕਹਿੰਦੇ ਜਿਹੜੇ ਜੰਗਜੂ ਲੋਕ ਸੀ ਅੱਜ ਉਹਨਾਂ ਦੀ ਨਸਲਾਂ ਦੇ ਹਾਲਾਤ ਹੋ ਗਏ, ਜਾਂ ਉਹ ਜੂਆ ਖੇਡਦੇ ਨੇ ਜਾਂ ਫਿਰ ਉਹ ਸ਼ਰਾਬ ਪੀਂਦੇ ਨੇ। ਯਾਨੀ ਕਿ ਤੁਸੀਂ ਬੰਦੇ ਨੂੰ ਸੰਘਰਸ਼ ਵਾਲੀ ਜ਼ਿੰਦਗੀ ਦਾ ਤੋੜ ਕੇ ਆਰਾਮਦਾਇਕ ਜ਼ਿੰਦਗੀ 'ਚ ਪਾ ਦੋਗੇ, ਆਪਣੇ ਵੀ ਹਾਲਾਤ ਫਿਰ ਆਹੀ ਹੋਣਗੇ ਨਾ। ਦੇਖੋ, ਜਿਹੜੀ ਪੈਦਾਵਾਰ ਹੁੰਦੀ ਹੈ ਉਹ ਤਾਂ ਲੇਬਰ ਨਾਲ ਹੁੰਦੀ ਹੈ। ਕਿਰਤ ਕਰੇ ਤੋਂ ਬਿਨਾਂ ਤਾਂ ਕੋਈ ਪੈਦਾਵਾਰ ਹੁੰਦੀ ਹੀ ਨਹੀਂ, ਹੈ ਨਾ। ਚਾਹੇ ਜਿਸ ਤਰ੍ਹਾਂ ਦੀ ਵੀ ਕਿਰਤ ਕਰੋ, ਸਰੀਰਕ ਕਰੋ, ਮਾਨਸਿਕ ਕਰੋ, ਹੈ ਨਾ, ਕਿਰਤ ਦੇ ਨਾਲ ਹੀ ਪੈਦਾਵਾਰ ਹੁੰਦੀ ਹੈ। ਅਤੇ ਉਹ ਪੈਦਾਵਾਰ ਦੇ ਵਿੱਚੋਂ ਹੀ ਸਰਕਾਰਾਂ ਦੀ ਆਮਦਨੀ ਵੀ ਆਉਂਦੀ ਹੈ ਨਾ ਜੀ। ਉਹਨਾਂ ਦੀ ਆਮਦਨੀ ਕਿੱਥੋਂ ਆਉਂਦੀ ਹੈ? ਟੈਕਸਾਂ ਤੋਂ ਆਉਂਦੀ ਹੈ, ਜਾਂ ਜਿਹੜੇ ਸਾਡੇ ਸਰਕਾਰੀ ਕਾਰਖਾਨੇ ਉਹਨਾਂ ਤੋਂ ਆਉਂਦੀ ਹੈ, ਜਾਂ ਰੋਡਵੇਜ਼ ਤੋਂ ਆ ਸਕਦੀ ਹੈ, ਰੇਲਵੇ ਤੋਂ ਆ ਸਕਦੀ ਹੈ ਨਾ। ਇਹ ਸਾਧਨ ਨੇ। ਜਾਂ ਵਪਾਰ ਬਾਹਰ ਹੁੰਦਾ ਹੈ ਨਾ ਜੀ, ਉਹਦੇ ਤੋਂ ਆਮਦਨੀ ਹੋ ਸਕਦੀ ਹੈ। ਇਹੀ ਹੈ ਨਾ ਸਾਧਨ, ਤਾਂ ਪੈਦਾਵਾਰ ਨਾਲ ਹੀ ਹੁੰਦਾ ਨਾ। ਅਤੇ ਜੇ ਪੈਦਾਵਾਰ ਨਾ ਹੋਵੇ ਫਿਰ ਤੁਸੀਂ ਕਿਵੇਂ, ਤੁਹਾਡੀ ਨਾ ਤਾਂ ਪੈਸਾ ਆ ਸਕਦਾ, ਨਾ ਆਮਦਨੀ ਆ ਸਕਦੀ ਹੈ, ਗੁਜ਼ਾਰਾ ਨਹੀਂ ਹੋ ਸਕਦਾ। ਇਹੀ ਜਿਹੜਾ ਤੁਸੀਂ ਗੱਲ ਕਹਿੰਦੇ ਹੋ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਜਿਹੜੇ ਉੱਥੇ ਦੇ ਵਸਿੰਦੇ ਸੀਗੇ, ਜਿਹਨਾਂ ਨੂੰ ਰੈੱਡ ਇੰਡੀਅਨ ਕਹਿੰਦੇ ਆ, ਉਹਨਾਂ ਤੋਂ ਆਪਣਾ ਮੁਲਕ ਉਹਨਾਂ ਨੇ ਖੋਹ ਲਿਆ। ਖੋਹ ਕੇ ਉਹਨਾਂ ਨੂੰ ਉਹਦੇ ਦਾਇਰੇ 'ਚ ਫਿਕਸ ਕਰਤਾ ਵੀ ਆ ਇਹਨਾਂ ਦਾ ਦਾਇਰਾ। ਉਹਨਾਂ ਨੂੰ ਪੈਸੇ ਦਿੰਦੇ ਆ, ਪੈਸੇ ਦੇ ਕੇ ਉਹਨਾਂ ਨੂੰ ਐਸਾ ਉਹ ਕਰਤਾ ਕਿ ਬਈ ਉਹ ਹੁਣ ਕੁਛ ਕਰਨ ਜੋਗੇ ਹੀ ਨਹੀਂ ਰਹੇ। ਉਹਨਾਂ ਨੂੰ ਪੈਸੇ ਮਿਲਦੇ ਆ, ਉਹ ਪੈਸੇ ਦੇ ਗੁਜ਼ਾਰੇ 'ਤੇ ਉਹ
ਤੇ ਮੁਲਕ ਜਿਹੜਾ ਦੂਜਿਆਂ ਨੇ ਦੱਬਿਆ ਵਾ ਤੇ ਉਹਦੇ 'ਚ ਜਿਹੜੀਆਂ ਕੰਪਨੀਆਂ ਨੇ MNCs ਨੇ ਵੱਡੇ ਵੱਡੇ ਪੂੰਜੀਪਤੀ ਹੈਗੇ ਆ ਜਿਨ੍ਹਾਂ ਕੋਲ ਹੈਗਾ ਤੇ ਉਹ ਆਪਣਾ ਇੰਨਾ ਕੁਝ ਕਮਾਈ ਜਾਂਦੇ ਆ। ਇੱਥੇ ਵੀ ਇਹੀ ਹੈ ਨਾ ਕਿ ਸਾਡੇ 1% ਬੰਦਿਆਂ ਕੋਲ 70% ਜਾਇਦਾਦ ਇਕੱਠੀ ਹੋ ਗਈ ਹੈ ਜੀ। ਅਬਾਨੀ ਅਡਾਨੀ ਹੋਰ ਉਹ ਇੰਨੀ ਜਾਇਦਾਦ ਇਕੱਠੀ ਕਰ ਗਏ। ਕੋਵਿਡ ਦੇ ਦੌਰਾਨ ਵੀ ਉਹਨਾਂ ਦੀ ਜਾਇਦਾਦ ਵੱਧ ਗਈ। ਉਹਨਾਂ ਤੋਂ ਟੈਕਸ ਕਲੈਕਸ਼ਨ ਦੀ ਤਾਂ ਕੋਈ ਗੱਲ ਨਹੀਂ ਹੋ ਰਹੀ। ਉਹ ਗੱਲ ਤਾਂ ਹੋਊਗੀ ਜੇ ਤੁਸੀਂ ਇਹ ਫ੍ਰੀ ਬੀਜ ਵਾਲਾ ਫੰਡਾ ਛੱਡ ਕੇ ਇਹ ਕਹੋਗੇ ਵੀ ਇਕੁਐਲਿਟੀ ਹੋਣੀ ਚਾਹੀਦੀ ਹੈ ਨਾ। ਉਹ ਜਿਹੜੀ ਕਿਸੇ ਦੀ ਦਿਹਾੜੀ ਹੈ ਉਹ ਠੀਕ ਹੋਣੀ ਚਾਹੀਦੀ ਹੈ, ਜਿਹੜੀ MSP ਮਿਲਣੀ ਚਾਹੀਦੀ ਹੈ, ਕਿਸਾਨਾਂ ਨੂੰ ਮਿਲਣਾ ਚਾਹੀਦਾ। ਉਹਦੇ ਤੇ ਤਾਂ ਹੋਗੇ ਨਾ ਤੁਸੀਂ। ਇਹ ਲੋਕਤੰਤਰ ਦਾ ਮੁੱਦਾ ਹੈ ਜੀ ਵੀ ਇੱਕ ਪਾਸੇ ਜਿਹੜੇ ਪੂੰਜੀਪਤੀਆਂ ਉਹਨਾਂ ਕੋਲ ਇੰਨਾ ਧਨ ਇਕੱਠਾ ਕਿਉਂ ਹੋਈ ਜਾ ਰਿਹਾ ਹੈ ਜੀ। ਅਬਾਨੀ ਅਡਾਨੀਆਂ ਕੋਲ ਇੰਨੀ ਜਾਇਦਾਦ ਕਿਉਂ ਇਕੱਠੀ ਹੋ ਜਾ ਰਹੀ ਹੈ। ਦੂਜੇ ਪਾਸੇ ਜਿਹੜੇ 50% ਲੋਕ ਆ ਉਹਨਾਂ ਕੋਲ 10% ਵੀ ਜਾਇਦਾਦ ਨਹੀਂ ਹੈ ਜੀ। ਉਹ ਉਹਨਾਂ ਕੋਲ ਬਹੁਤ ਬੁਰੇ ਹਾਲ ਹੈ। ਸੋ ਇਸ ਲਈ ਜਿਹੜਾ ਇਹ ਮੁੱਦਾ ਲੋਕਤੰਤਰ ਦਾ ਕਿ ਵੀ ਤੁਸੀਂ ਉਹ ਮੁੱਦਿਆਂ 'ਤੇ ਆਓ, ਮੁੱਦਿਆਂ ਦੀ ਗੱਲ ਕਰੋ। ਤੇ ਜੇ ਸਰਕਾਰ ਵੀ ਆ ਕੇ ਉਹਦੀ ਗੱਲ ਕਰੇ ਹੈ ਨਾ, ਏਜੰਡਾ ਉੱਥੇ ਫਿਕਸ ਹੋਵੇ, ਉਹ ਚੰਗੀ ਗੱਲ ਹੈ। ਲੋਕਤੰਤਰ ਦੀ ਸਿਹਤ ਲਈ ਤੇ ਲੋਕਾਂ ਲਈ ਵੀ ਠੀਕ ਹੈ, ਕਿਉਂਕਿ ਲੋਕਾਂ ਦੀ ਜ਼ਿੰਦਗੀ ਲਈ ਵੀ ਠੀਕ ਹੈ। ਪਰ ਜੇ ਤੁਸੀਂ ਉਹਨੂੰ ਫ੍ਰੀ ਬੀਜ ਦੇ ਕੇ ਹੈ ਨਾ ਜੀ ਵੋਟ ਲੈ ਲੈਣੀ ਹੈ, ਫਿਰ ਕਰਨਾ ਕੁਛ ਹੋਰ ਹੈ ਨਾ। ਵੋਟਾਂ ਦੇ ਵਿੱਚ ਤੁਸੀਂ ਕੁਛ ਹੋਰ ਕਹਿਣਾ, ਬਾਅਦ 'ਚ ਨੀਤੀਆਂ ਦੇ ਰੂਪ 'ਚ ਹੈ ਨਾ। ਜਿਵੇਂ ਕੇਂਦਰ ਸਰਕਾਰ ਦੀਆਂ ਹੁਣ ਸਾਰੀਆਂ ਨੀਤੀਆਂ ਨੇ ਉਹ ਪ੍ਰੋ ਕਾਰਪੋਰੇਟ ਨੇ। ਕਾਰਪੋਰੇਟ ਵੱਧ ਰਿਹਾ, ਬਾਕੀ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ ਨਾ। ਉਹਨਾਂ ਦੀ ਜਾਇਦਾਦ ਵੱਧ ਰਹੀ ਹੈ ਤੇ ਉਹਨਾਂ ਕੋਲ ਹੋਰ ਧਨ ਦੌਲਤ ਇਕੱਠੀ ਹੋ ਰਹੀ ਹੈ ਤੇ ਉਹਦੇ 'ਤੇ ਸਾਰੀਆਂ ਰਿਪੋਰਟਾਂ ਹੈਗੀਆਂ। ਸਾਰੇ ਲੋਕ ਹੀ ਕਹਿੰਦੇ ਆ ਉਹਨਾਂ ਦੇ ਖਿਲਾਫ ਨੀਤੀਆਂ 'ਚ ਕੁਛ ਨਹੀਂ ਹੋ ਰਿਹਾ ਹੈ ਨਾ। ਉਹ ਤਾਂ ਹੁਣ ਤਾਂ ਇੱਥੋਂ ਤੱਕ ਵੀ ਆ ਗਿਆ ਜਿਹੜਾ ਸ਼੍ਰੀਲੰਕਾ ਦੇ ਵਿੱਚ ਰੌਲਾ ਪੈ ਰਿਹਾ ਕਿ ਜੀ ਇੱਥੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਉੱਥੇ ਦੇ ਪ੍ਰੈਜ਼ੀਡੈਂਟ ਨੂੰ ਫੋਨ ਕਰਿਆ ਵੀ ਅਬਾਨੀਆਂ ਨੂੰ ਠੇਕਾ ਦੇ ਦਿਓ ਜੀ ਜਾਂ ਅਡਾਨੀਆਂ ਨੂੰ ਠੇਕਾ ਦੇ ਦਿਓ। ਉਹ ਕਹਿੰਦੇ ਵੀ ਉਹਨਾਂ ਨੇ ਉਹ ਠੇਕਾ ਤਾਂ ਦੇਤਾ, ਉਹਨੇ ਖਬਰ ਜਿਹੜੀ ਸੀ ਜਿਹੜਾ ਚੇਅਰਮੈਨ ਸੀ ਉਹਨੇ ਲੀਕ ਕਰਤੀ, ਉੱਥੇ ਦੇ ਅਖਬਾਰਾਂ 'ਚ ਹੈ। ਲੋਕ ਕਹਿੰਦੇ ਸਾਡੇ ਇੱਥੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਹੋ ਰਹੀ ਹੈ ਭਾਰਤ ਵੱਲੋਂ। ਮਤਲਬ ਇਹ ਕੰਮ ਥੋੜ੍ਹਾ ਤੁਹਾਡਾ ਹੈ ਨਾ, ਕਿਸੇ ਵੀ ਇਲੈਕਟਡ ਗਵਰਨਮੈਂਟ ਦਾ ਇਹ ਕੰਮ ਥੋੜ੍ਹਾ ਹੈ ਨਾ। ਇਹ ਕੰਮ ਹੈਗਾ ਕਿ ਬਈ ਤੁਸੀਂ ਪ੍ਰੋ ਪੀਪਲ ਜਿਹੜਾ ਏਜੰਡਾ ਉਹਦੇ 'ਤੇ ਡਿਸਕਸ਼ਨ, ਉਹਨੂੰ ਮੁੱਦਿਆਂ ਨੂੰ ਲਿਆਉਣਾ। ਉਹ ਫਿਰ ਜਿਹੜੀ ਗੱਲ ਮੈਂ ਕਹਿ ਰਿਹਾ, ਫਿਰ NPA ਦਾ ਮੁੱਦਾ ਆਊਗਾ ਉਹਦੇ 'ਚ ਵੀ ਉਹਨਾਂ ਨੂੰ ਕਿਉਂ ਤੁਸੀਂ ਮਾफ़ ਕਰਦੇ ਹੋ, ਵੀ ਕਰਜ਼ਾ ਮਾਫੀ ਉੱਥੇ ਕਿਉਂ ਹੋ ਰਹੀ ਹੈ, ਫਿਰ ਕਿਸਾਨਾਂ ਦੀ ਕਿਉਂ ਨਹੀਂ ਹੋ ਰਹੀ। ਇਹ ਤਾਂ ਆਊਗੀ ਜੇ ਅਸੀਂ ਲੋਕਾਂ ਨੂੰ ਇਹ ਛੱਡ ਕੇ ਹੈ ਨਾ। ਇਹਦਾ ਇਸ ਤਰ੍ਹਾਂ ਦੀ ਗੱਲ ਆ ਨਾ ਵੀ ਕਿਸੇ ਨੂੰ ਵੀ ਫ੍ਰੀ ਦੀ ਸ਼ਰਾਬ ਪਿਲਾ ਕੇ ਗੁੱਠਾ ਲਵਾ ਲਓ ਪਹਿਲਾਂ ਸ਼ਾਹੂਕਾਰਾਂ ਵਾਂਗੂ ਹੈ ਨਾ, ਵੀ ਉਹ ਜ਼ਿਆਦਾ ਲੁੱਟਿਆ ਗਿਆ ਉਦੋਂ ਇੱਕ ਬੋਤਲ ਮਿਲ ਗਈ। ਇਹ ਫ੍ਰੀ ਬੀਜ਼ ਉਸ ਤਰ੍ਹਾਂ ਦਾ ਕੰਮ ਕਰ ਦਿੰਦੇ ਆ ਲੋਕਤੰਤਰ ਦੇ। ਡਾਕਟਰ ਸਾਹਿਬ ਗੰਦਲੀ ਸਿਆਸਤ ਦਾ ਇੱਕ ਵੱਡਾ ਹਿੱਸਾ ਬਣ ਗਿਆ। ਹਾਂ, ਮਤਲਬ ਹੁਣ ਬਜਾਏ ਇਸ ਦੇ ਕਿ ਲੋਕਾਂ 'ਚ ਕੰਮ ਕੀਤਾ ਜਾਵੇ, ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਫਿਰ ਉਹ ਜਾਗਰੂਕ ਕਰਕੇ ਲੋਕਤੰਤਰ 'ਚ ਆਪਣੀ ਬਣਦੀ ਭੂਮਿਕਾ ਅਦਾ ਕਰਨ, ਇਹਦੀ ਬਜਾਏ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਫ੍ਰੀ ਦੇ ਕੇ ਵਸਤਾਂ ਉਹਨਾਂ ਨੂੰ ਲਾਰੇ ਲਾ ਕੇ ਤੇ ਉਹਨਾਂ ਤੋਂ ਵੋਟਾਂ ਲੈ ਲਈਆਂ ਜਾਣ, ਫਿਰ ਚਾਹੇ ਉਹਨਾਂ ਦੇ ਖਿਲਾਫ ਹੀ ਭੁਗਤ ਲਿਆ ਜਾਵੇ। ਇਸ ਤਰ੍ਹਾਂ ਦਾ ਕੰਮ ਚੱਲਦਾ ਜੀ। ਬਿਲਕੁਲ, ਖਿਲਾਫ ਤੇ ਭੁਗਤਿਆ ਵੀ ਜਾਂਦਾ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਚਾਰ। ਧੰਨਵਾਦ ਜੀ, ਸ਼ੁਕਰੀਆ ਜੀ। ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਆਰਥਿਕ ਮਾਹਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਬਲਵਿੰਦਰ ਸਿੰਘ ਟਵਾਣਾ ਜੀ। ਟਵਾਣਾ ਸਾਹਿਬ ਤੋਂ ਅਸੀਂ ਇਸ ਮਸਲੇ 'ਤੇ ਡਿਸਕਸ ਕੀਤਾ ਕਿ ਸਰਕਾਰਾਂ ਕਹਿੰਦੀਆਂ ਨੇ ਇਸ ਨੂੰ ਆਟਾ, ਚੀਨੀ, ਦਾਲ, ਚਾਹ ਪੱਤੀ ਮੁਫਤ ਦੇਵਾਂਗੇ, ਸ਼ਰਾਬ ਭੁੱਕੀ ਫੀਮ ਅਸੀਂ ਤੁਹਾਨੂੰ ਦੇਵਾਂਗੇ, ਵੋਟ ਸਾਨੂੰ ਪਾਓ, ਤੁਸੀਂ ਸਰਕਾਰ ਸਾਡੀ ਲਿਆਓ, ਤੁਹਾਨੂੰ ਬਿਜਲੀ ਮੁਫਤ ਹੋਊਗੀ, ਰਾਸ਼ਨ ਤੁਹਾਡੇ ਘਰ ਪਹੁੰਚੂਗਾ, ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ, ਪੈਸੇ ਤੁਹਾਡੇ ਖਾਤਿਆਂ ਦੇ ਵਿੱਚ ਜਾਣਗੇ। ਜੇਕਰ ਤੁਹਾਨੂੰ ਕਿਤੇ ਜਾਣਾ ਤਾਂ ਤੁਹਾਡੀਆਂ ਲੇਡੀਜ਼ ਨੂੰ ਜਿਹੜੀ ਬੱਸ ਸਹੂਲਤ ਹੈ ਉਹ ਸਹੂਲਤ ਤੁਹਾਨੂੰ ਮੁਫਤ ਹੋਊਗੀ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਆਪਾਂ ਟਵਾਣਾ ਸਾਹਿਬ ਨੇ ਜ਼ਿਕਰ ਕੀਤਾ ਕਿ ਫਿਰ ਕਿਰਤ ਕਿਵੇਂ ਹੋਊਗੀ। ਜਦੋਂ ਸਾਡੀ ਕੌਮ ਨੂੰ ਕਿਰਤੀ ਕੌਮ ਗਿਣਿਆ ਜਾਂਦਾ ਤਾਂ ਫਿਰ ਸਾਨੂੰ ਨਕੰਮੇ ਬਣਾਉਣ ਵੱਲ ਧੱਕਿਆ ਜਾ ਰਿਹਾ। ਤੁਸੀਂ ਆਪ ਜ਼ਰੂਰ ਸੋਚੋ ਕਿ ਜੋ ਆਹ ਪੋਲੀਟੀਕਲ ਏਜੰਡਾ, ਜਿਸ ਤਰ੍ਹਾਂ ਦਾ ਏਜੰਡਾ ਲੈ ਕੇ ਸਰਕਾਰਾਂ ਅੱਗੇ ਵਧ ਰਹੀਆਂ ਨੇ, ਕਿੱਥੋਂ ਤੱਕ ਆਹ ਸਾਡੇ ਸਮਾਜ ਦੇ ਲਈ, ਸਾਡੀ ਆਉਣ ਵਾਲੀਆਂ ਨਸਲਾਂ ਦੇ ਲਈ ਸਹੀ ਹੈ। ਤੁਸੀਂ ਆਪਣੀ ਫੀਡਬੈਕ ਕਮੈਂਟ ਬਾਕਸ ਦੇ ਕਮੈਂਟ ਵਿੱਚ ਜ਼ਰੂਰ ਤੁਸੀਂ ਭੇਜੋ ਤਾਂ ਜੋ ਪਤਾ ਲੱਗ ਸਕੇ ਕਿ ਆਖਰ ਸਮਾਜ ਦੇ ਵਿੱਚ ਚੱਲ ਕੀ ਰਿਹਾ ਹੈ ਤੇ ਤੁਸੀਂ ਲੋਕ ਕੀ ਸੋਚਦੇ ਹੋ। ਤੇ ਤੁਸੀਂ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਦੇ ਨਾਲ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਣ ਪੰਜਾਬੀ। ਧੰਨਵਾਦ।